ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰਖੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਲਗਾਤਾਰ ਪੰਜਾਬ ਦੇ ਵਿੱਚ ਬੇਸ਼ੱਕ 2017 ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾਂ ਮੌਜੂਦਾ ਆਉਣ ਵਾਲੀਆਂ 2022 ਦੀਆਂ ਚੋਣਾਂ ਹੋਣ, ਇਸ ਸਮੇਂ ਦੇ ਦਰਮਿਆਨ ਇੱਕ ਮਸਲਾ ਬੜਾ ਗੰਭੀਰ ਹੈ। ਉਹ ਮਸਲਾ ਹੈ ਪੰਜਾਬ ਦੇ ਵਿੱਚ ਨਸ਼ੇ ਦੇ ਲਗਾਤਾਰ ਵੱਧ ਰਹੇ ਦਲਦਲ ਦਾ। ਇਸ ਨਸ਼ੇ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਕਈ ਵਾਰ ਅਜਿਹੇ ਬਿਆਨ ਆਏ ਨੇ ਜਿਨ੍ਹਾਂ ਦੇ ਵਿੱਚੋਂ ਆਖਦੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਪਰ ਇਹ ਦਾਅਵੇ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ, ਇਸ ਗੱਲ ਦੀ ਪੋਲ ਇਹਨਾਂ ਦੇ ਖੁਦ ਦੇ ਹੀ ਸਾਬਕਾ ਮੰਤਰੀ ਰਾਣਾ ਗੁਰਜੀਤ ਖੋਲ ਰਹੇ ਨੇ। ਰਾਣਾ ਗੁਰਜੀਤ ਦੇ ਵੱਲੋਂ ਬੀਤੇ ਦਿਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਹੈ ਤੇ ਉਸ ਨੂੰ ਰੋਕਣ ਦੇ ਲਈ ਉਹਨਾਂ ਦੇ ਵੱਲੋਂ ਕਈ ਵੱਡੇ ਪੁਲਿਸ ਅਫਸਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ, ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਕਰਕੇ ਇਹ ਬੜੀ ਦੁੱਖ ਦੀ ਗੱਲ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਨਸ਼ੇ ਦੇ ਉੱਤੇ ਕੋਈ ਠੱਲ ਨਹੀਂ ਪੈ ਰਹੀ। ਅਜਿਹੇ ਬਿਆਨਾਂ ਨੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਇਸ ਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਚੱਲਦਿਆਂ ਸੁਰਿੰਦਰ ਡੱਲਾ ਹੋਣਾ ਦੇ ਕੋਲ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਆਪਣੀ ਹੀ ਸਰਕਾਰ ਦੇ ਵਿੱਚ ਹੁਣ ਐਮਐਲਏ ਇਹ ਉਹ ਗੱਲਾਂ ਸੱਚ ਹੋਣ ਲੱਗੀਆਂ ਨੇ ਜੋ ਬੀਤੇ ਦਿਨਾਂ ਦੇ ਵਿੱਚ ਬਾਕੀ ਵਿਧਾਇਕ ਕਹਿ ਰਹੇ ਸੀ ਕਿ ਸਾਡੀਆਂ ਪੁਲਿਸ ਅਫਸਰ ਨਹੀਂ ਸੁਣਦੇ, ਸਾਡੇ ਸਮੇਂ ਦੇ ਵਿੱਚ ਬਾਦਲ ਸਰਕਾਰ ਦੇ ਸਮੇਂ ਦੇ ਲੋਕਾਂ ਦੀ ਵੱਧ ਸੁਣੀ ਜਾਂਦੀ ਹੈ। ਕੀ ਲੱਗਦਾ ਹੈ ਇਹ ਵੀ ਉੱਧਰ ਹੀ ਕਿਤੇ ਨਾ ਕਿਤੇ ਇਸ਼ਾਰੇ ਜਿਹੜੇ ਹੋ ਰਹੇ ਨੇ ਕਿ ਸਾਡੀ ਸੁਣੀ ਨਹੀਂ ਜਾ ਰਹੀ, ਨਸ਼ਿਆਂ ਦੇ ਉੱਤੇ ਕਾਰਵਾਈ ਨਹੀਂ ਹੋ ਰਹੀ? ਕਿੱਦਾਂ ਵੇਖ ਰਹੇ ਹੋ ਇਸ ਬਿਆਨ ਨੂੰ? ਦੇਖੋ, ਕਈ ਵਿਧਾਇਕ ਨੇ ਇੱਕ ਇੱਕ ਕਰਕੇ ਕਾਂਗਰਸ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਜਿਹੜੇ ਪੂਰੇ ਨਹੀਂ ਹੋਏ ਉਹਦੇ ਤੇ ਆਪਣੀ ਗੱਲ ਰੱਖ ਰਹੇ ਨੇ। ਸੁਖਜਿੰਦਰ ਰੰਧਾਵਾ ਨੇ ਬਰਗਾੜੀ ਤੇ ਕੋਟਕਪੁਰਾ ਤੇ ਆਪਣੀ ਗੱਲ ਰੱਖੀ ਕਿ ਅਸੀਂ ਕੀ ਜਵਾਬ ਦੇਵਾਂਗੇ ਲੋਕਾਂ ਨੂੰ। ਨਵਜੋਤ ਸਿੰਘ ਸਿੱਧੂ ਟਵੀਟ ਕਰ ਰਹੇ ਨੇ। ਸੁਰਜੀਤ ਧਮਾਨ ਨੇ, ਅਹਿਮਦਗੜ੍ਹ ਦੇ ਐਮਐਲਏ ਨੇ, ਉਹ ਵੀ ਖੁੱਲ੍ਹ ਕੇ ਬਾਹਰ ਆ ਗਏ। ਪ੍ਰਗਟ ਸਿੰਘ ਨੇ ਖੁੱਲ੍ਹ ਕੇ ਕਿੰਨੀਆਂ ਗੱਲਾਂ ਚੱਕਤੀਆਂ। ਚਰਨਜੀਤ ਚੰਨੀ ਹੈ, ਇਹ ਸਾਰੇ ਲੀਡਰਾਂ ਨੇ ਕਈ ਮਸਲੇ ਨੇ ਜਿਨ੍ਹਾਂ ਦੇ ਉੱਤੇ ਆਪਣੀ ਗੱਲ ਉਭਾਰੀ ਹੈ। ਔਰ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੂੰ ਕਿ ਮੰਤਰੀ ਮੰਡਲ ਤੋਂ ਵਿਹਲੇ ਕੀਤਾ ਸੀ ਕੈਪਟਨ ਅਮਰਿੰਦਰ ਨੇ, ਜਦੋਂ ਸੁਖਪਾਲ ਖਹਿਰੇ ਉਹਨਾਂ ਨੇ ਇਹਨਾਂ ਤੇ ਇਲਜ਼ਾਮ ਲਾਏ ਸੀ ਮਾਈਨਿੰਗ ਵਾਲੇ ਮਾਮਲੇ 'ਚ, ਔਰ ਉਸ ਤੋਂ ਬਾਅਦ ਇਹ ਗੱਲਾਂ ਚੱਲੀਆਂ ਸੀ ਕਿ ਦੁਬਾਰਾ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ, ਪਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ। 18ਵਾਂ ਮੰਤਰਾਲਾ ਖਾਲੀ ਰਿਹਾ, ਨਾ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਤੇ ਉੱਥੇ ਮੰਤਰੀ ਬਣਾਇਆ ਗਿਆ, ਖਾਲੀ ਮਹਿਕਮੇ 'ਚ ਨਾ ਸਿੱਧੂ ਆਇਆ। ਸੋ ਰਾਣਾ ਗੁਰਜੀਤ ਹੋਣੇ ਵੀ ਹੁਣ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਬਿਆਨ ਵੱਖ-ਵੱਖ ਥਾਵਾਂ ਤੇ ਆ ਰਹੇ ਨੇ। ਹਾਲਾਂਕਿ ਉਹ ਪਹਿਲਾਂ ਵੀ ਬਿਆਨ ਦਿੰਦੇ ਰਹੇ ਨਿਰਪੱਖਤਾ ਦੇ ਨਾਲ ਕਿ ਸਾਨੂੰ ਬਹੁਤ ਜ਼ਿੰਮੇਵਾਰੀ ਦੇ ਨਾਲ ਕੰਮ ਕਰਨ ਦੀ ਲੋੜ ਹੈ ਸਰਕਾਰ ਨੂੰ, ਤਾਂ ਕਿ ਅਸੀਂ ਦੁਬਾਰਾ ਸੱਤਾ 'ਚ ਤਾਂ ਹੀ ਆ ਸਕਾਂਗੇ। ਹੁਣ ਰਾਣਾ ਗੁਰਜੀਤ ਉਹਨਾਂ ਨੇ ਨਸ਼ੇ ਤੇ ਵੀ ਇੱਕ ਟੀਵੀ ਨੂੰ ਇੰਟਰਵਿਊ ਦੇ ਰਹੇ ਸੀ। ਉਹ ਕਹਿੰਦੇ ਨਸ਼ਾ ਹਜੇ ਵੀ ਖਤਮ ਨਹੀਂ ਹੋਇਆ ਔਰ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ ਹੈ, ਅਫਸਰਸ਼ਾਹੀ ਤੇ ਨਕੇਲ ਕਸਣ ਦੀ ਲੋੜ ਹੈ। ਸੋ ਇੱਕ ਤਰੀਕੇ ਨਾਲ ਨਸ਼ੇ ਦੇ ਖਤਮ ਨਾ ਹੋਣ ਦੇ ਉੱਤੇ ਹਜੇ ਵੀ ਜਿਹੜੇ ਕਾਂਗਰਸੀ ਲੀਡਰ ਨੇ ਉਹ ਆਪਣੀ ਖੁੱਲ੍ਹ ਕੇ ਗੱਲ ਕਰ ਰਹੇ ਨੇ ਕਿ ਮੁਕੰਮਲ ਨਸ਼ਾ ਖਤਮ ਨਹੀਂ ਹੋਇਆ। ਉਹ ਠੀਕ ਹੈ ਗੱਲ, ਮੁਕੰਮਲ ਨਸ਼ਾ ਖਤਮ ਨਹੀਂ ਹੋਇਆ, ਇਸ ਪਾਸੇ ਹੋਰ ਜਿਹੜਾ ਹੈ ਉਹ ਕੰਮ ਕਰਨ ਦੀ ਲੋੜ ਹੈ ਸਰਕਾਰ ਨੂੰ। ਔਰ ਇੱਕ ਤਰੀਕੇ ਨਾਲ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਇਹਨਾਂ ਬਿਆਨਾਂ ਤੋਂ ਬਾਅਦ ਸਥਿਤੀਆਂ ਇਹ ਦੇਖੀਆਂ ਜਾ ਰਹੀਆਂ ਨੇ ਕਿ ਹੌਲੀ ਹੌਲੀ ਜਿਹੜੇ ਪੰਜਾਬ ਦੇ ਕਾਂਗਰਸ ਦੇ ਵਿਧਾਇਕ ਨੇ ਉਹ ਆਪਣੇ ਮੂੰਹੋਂ ਸੱਚ ਬੋਲਣ ਲੱਗ ਗਏ ਕਿ ਸਾਡੀ ਸਰਕਾਰ ਕਿੱਥੇ ਸਫਲ ਹੈ ਤੇ ਕਿੱਥੇ ਅਸਫਲ ਹੈ। ਔਰ ਇਹ ਬੜਾ ਚੰਗਾ ਹੈ ਅੱਜ ਦੇ ਸਮੇਂ 'ਚ ਜੇ ਸਾਡੀਆਂ ਸਰਕਾਰਾਂ ਮੰਨ ਜਾਣ ਕਿ ਅਸੀਂ ਇਹਨਾਂ ਖੇਤਰਾਂ 'ਚ ਕੰਮ ਕੀਤਾ ਤੇ ਇਹਨਾਂ ਖੇਤਰਾਂ 'ਚ ਕੰਮ ਨਹੀਂ ਕਰ ਸਕੇ। ਸੋ ਗਗਨ, ਇਹਦੇ ਨਾਲ ਸੂਬੇ ਦਾ ਬਹੁਤ ਭਲਾ ਹੋਊਗਾ ਆਉਣ ਵਾਲੇ ਸਮੇਂ 'ਚ। ਜੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਇਸ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਤੇ ਹੁਣ ਵਧਾਂਗੇ ਕਿਸਾਨ ਅੰਦੋਲਨ ਦੇ ਵੱਲ। ਕਿਸਾਨ ਅੰਦੋਲਨ ਹੁਣ ਇੱਕ ਵਾਰ ਫਿਰ ਤੋਂ ਨਵੇਂ ਸਿਰਿਓਂ ਆਪਣੇ ਜੋਬਨ ਦੇ ਵੱਲ ਤੁਰਦਾ ਜਾ ਰਿਹਾ ਹੈ। ਜੀ ਹਾਂ, ਇੱਕ ਵੱਡੇ ਕਾਫਲੇ ਦੇ ਨਾਲ ਗੁਰਨਾਮ ਸਿੰਘ ਚੜੂਨੀ ਹਰਿਆਣਾ ਦੇ ਵਿੱਚੋਂ ਕਿਸਾਨ ਅੰਦੋਲਨ 'ਚ ਪਹੁੰਚੇ ਨੇ। ਦਿੱਲੀ ਦੀਆਂ ਵਰੂਹਾਂ ਦੇ ਉੱਤੇ ਬੈਠੇ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣਾ ਵੱਡਾ ਕਾਫਲਾ ਲੈ ਕੇ ਪਹੁੰਚੇ ਗੁਰਨਾਮ ਸਿੰਘ ਚੜੂਨੀ। ਇਸ ਮੌਕੇ ਤੇ ਉਹਨਾਂ ਸਟੇਜ ਦੇ ਉੱਤੇ ਸੰਬੋਧਨ ਕੀਤਾ ਤੇ ਸਰਕਾਰ ਨੂੰ ਵੀ ਵੱਡੀਆਂ ਗੱਲਾਂ ਆਖ ਦਿੱਤੀਆਂ। ਇਸ ਮੌਕੇ ਦੇ ਉੱਤੇ ਇਕੱਠ ਤੁਸੀਂ ਜ਼ਰੂਰ ਵੇਖ ਸਕਦੇ ਹੋ। ਗੁਰਨਾਮ ਸਿੰਘ ਚੜੂਨੀ ਦੇ ਕਾਫਲੇ ਦੀਆਂ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ, ਇਹਨਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਤਸਵੀਰਾਂ 'ਚ ਇਸ ਕਾਫਲੇ ਦੀ ਅਗਵਾਈ ਮੋਟਰਸਾਈਕਲ ਕਰ ਰਹੇ ਨੇ। ਉਸ ਤੋਂ ਪਿੱਛੇ ਗੁਰਨਾਮ ਸਿੰਘ ਚੜੂਨੀ ਇੱਕ ਗੱਡੀ ਦੇ ਵਿੱਚ ਸਵਾਰ ਨੇ ਤੇ ਉਸ ਦੇ ਪਿੱਛੇ ਬਹੁਤ ਲੰਬਾ ਕਾਫਲਾ ਗੱਡੀਆਂ ਦਾ ਦੱਸਿਆ ਜਾ ਰਿਹਾ ਹੈ। ਇਹ ਕਾਫਲਾ ਤਕਰੀਬਨ 2 ਤੋਂ 3 ਕਿਲੋਮੀਟਰ ਲੰਬਾ ਕਾਫਲਾ ਦੱਸਿਆ ਜਾ ਰਿਹਾ ਹੈ ਜੋ ਗੁਰਨਾਮ ਸਿੰਘ ਚੜੂਨੀ ਦੇ ਨਾਲ ਬੀਤੇ ਦਿਨੀ ਸਿੰਘੂ ਬਾਰਡਰ ਦੇ ਉੱਤੇ ਪਹੁੰਚਿਆ। ਤੇ ਅਜਿਹੇ ਕਾਫਲੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਜਾਣ ਦਾ ਐਲਾਨ ਹੋਇਆ ਹੈ ਤੇ ਲਾਮਬੰਦੀਆਂ ਪੰਜਾਬ ਦੇ ਵਿੱਚ ਵੀ ਵੱਖੋ ਵੱਖਰੇ ਪੱਧਰ ਦੇ ਉੱਤੇ ਹੋ ਰਹੀਆਂ ਨੇ। ਇਸ ਤੋਂ ਇਹ ਸਾਫ਼ ਹੈ ਕਿ ਆਉਣ ਵਾਲੇ दिनों ਦੇ ਵਿੱਚ किसान अंदोलन अपनी ਵੱਖਰੇ जोबन के उत्ते वेखण नूं मिलेगा। हाँ, लेटर लिखी। कोई गलबात की कोई आस है? नहीं, वे ये कह रहे थे पिछले 4 महीने से कि प्रधानमंत्री एक कॉल की दूरी पे है जी। हमें फ़ोन नंबर तो 4 महीने से नहीं मिला। भाई हम चिट्ठी लिख दो, क्योंकि पहले
चिट्ठी पत्री का जमाना था, लेटर लिखते थे, उसका जवाब आ जाता था 7, 8, 10 दिन में। 4 महीने लेट क्यों हो गए आप? पहले क्यों ना ना, पहले भी पता, उनके दरवाजे पे बैठे, उनके दरवाजे पे बैठे कि खोलते ही हम आप उनके बाहर बैठे दिल्ली के चारों तरफ। हाँ। और हमने बता दिया कि चिट्ठी लिख दी, हम बात करना चाहते हैं। अब हमें समाज, प्रेस, देश, दुनिया ये नहीं कहने की कि हम बात करना नहीं चाहते, हम बात करना चाहते हैं सरकार से। जहाँ से बात खत्म हुई वहाँ से ही बात की शुरुआत होगी। सरकार तो यही चाह रही, 13 तरह के एलिगेशन सरकार ने लगाए किसान जत्थेबंदी पे। ये 13वां एलिगेशन है, ये भी चल जाएगा, 4 दिन चल जाएगा खबरों में। बीमारी का इलाज हॉस्पिटल है और किसान आंदोलन का इलाज पार्लियामेंट है। दोनों के रास्ते अलग अलग जाते हैं। कोई अगर बीमार होगा तो वो हॉस्पिटल जाएगा और किसान पार्लियामेंट जाएगा। तो दोनों के रास्ते, उनके तो रास्ते भी एक नहीं है, दोनों के रास्ते अलग अलग हैं। ਜਦੋਂ ਰੁਕ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਦੇ ਵੱਲ। ਸੁਖਵੀਰ ਸਿੰਘ ਬਾਦਲ ਦੇ ਵੱਲੋਂ ਰੂਪਨਗਰ ਦੇ ਵਿੱਚ 9ਵੇਂ ਕੋਵਿਡ ਕੇਅਰ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੀ ਹਾਜ਼ਰ ਰਹੇ ਨੇ ਤੇ ਇਸ ਮੌਕੇ ਦੇ ਉੱਤੇ ਉਹਨਾਂ ਕੈਪਟਨ ਸਰਕਾਰ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਰੱਖਿਆ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਕਰੋਨਾ ਕਾਲ ਦੇ ਦਰਮਿਆਨ ਫੇਲ ਹੋਈ ਹੈ ਤੇ ਇਸੇ ਦਰਮਿਆਨ ਨਾ ਹੀ ਉਹਨਾਂ ਦੇ ਮੰਤਰੀ ਤੇ ਵਿਧਾਇਕ ਹੀ ਬਾਹਰ ਨਜ਼ਰ ਆਏ ਨੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਿਸੇ ਹੋਰ ਦੇ ਸਹਾਰੇ ਛੱਡਿਆ ਪੰਜਾਬ ਸਰਕਾਰ ਨੇ। मैं एक गल करना है, इस बीमारी ने एक बहुत बड़ी सानू चीज़ सिखा दी है कि पंजाब सूबा एक ऐसा सूबा आप कह दें बहुत इंफ्रास्ट्रक्चर डिवेलप है, सारा कुछ बहुत बढ़िया, खेती एक नंबर है, पर एक चीज़ की कमी, हेल्थ की बड़ी कमी है। सो आने वाली सरकार की 1 नंबर की प्रायोरिटी होगी जिहड़ा सरकारी हेल्थ सिस्टम है ਉਹਨੂੰ ਪ੍ਰਾਈਵੇਟ ਤੋਂ ਵੀ ਵਧੀਆ ਕਰਕੇ ਦੇਣਾ। ਐਂਡ ਕੋਈ ਔਖਾ ਨਹੀਂ, ਮੈਂ ਤੁਹਾਨੂੰ ਅੱਜ ਵਾਅਦਾ ਕਰਦਾ ਕਰਕੇ ਦਿਖਾਵਾਂਗੇ। ਪਹਿਲੇ 2 ਸਾਲਾਂ ਦੀ ਕਰਕੇ ਦਿਖਾਵਾਂਗੇ। ਆ ਸਾਰੀ ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ ਹੈ, ਕਰੋਨਾ ਦੀ ਲੜਾਈ ਨਹੀਂ ਲੜ ਰਹੀ। ਡਾਕਟਰ ਚੀਮਾ ਸਾਹਿਬ ਜੀ, ਸਰਦਾਰ ਦਲਜੀਤ ਸਿੰਘ ਜੀ ਚੀਮਾ ਜਿਹੜੇ ਸਾਡੇ ਮੰਤਰੀ ਰਹੇ ਹੈ, ਮੈਨੂੰ ਇਸ ਗੱਲ ਦੀ ਬੜੀ ਰਾਹਤ ਮਿਲੀ ਹੈ। ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਕੋਲ ਡਾਕਟਰਾਂ ਦੀ ਘਾਟ ਹੈ, ਹੁਣ ਅਸੀਂ ਸੈਂਟਰ ਖੋਲ੍ਹੇ ਸਾਡੇ ਵਾਸਤੇ ਔਖੇ ਹੋਣਗੇ। ਕਹਿਣ ਲੱਗੇ ਚਿੰਤਾ ਨਾ ਕਰੋ। ਇਹਨਾਂ ਨੇ ਸਾਰਾ ਪ੍ਰਬੰਧ, ਕਿਉਂਕਿ ਉਸ ਮਹਿਕਮੇ ਨਾਲ ਸੰਬੰਧਿਤ ਹੈ, ਸਾਰਾ ਗਿਆਨ ਹੈ, ਸਾਰਾ ਨੌਲੇਜ ਹੈ। ਇਹਨਾਂ ਨੇ ਇੰਨੀ ਉਸ ਦਿਨ ਦੀ ਮਿਹਨਤ ਕੀਤੀ ਕਿ ਇੱਕ ਡਾਕਟਰ, ਨਰਸਸ, ਪੈਰਾਮੈਡੀਕਲ ਸਟਾਫ ਇੱਥੋਂ ਸਾਰਾ ਇਲਾਕੇ ਵਿੱਚੋਂ ਸਹਿਯੋਗ ਲੈ ਕੇ ਅੱਜ ਜਿਹੜੇ ਚੱਲੇ ਹੈ, ਬਹੁਤ ਮਿਹਨਤ ਕਰਕੇ ਸਾਡਾ ਸਹਿਯੋਗ ਦੇ ਰਹੇ। ਮੈਂ ਸਮਝਦੀ ਸਾਡਾ ਸਭ ਦਾ ਕੰਮ ਹੈ, ਸਾਡੀ ਸਭ ਦੀ ਇਹ ਡਿਊਟੀ ਹੈ ਕਿ ਅਸੀਂ ਮਾਨਵਤਾ ਦੀ ਸੇਵਾ ਵਿੱਚ ਹਰ ਕੋਈ ਵਿਅਕਤੀ ਅੱਗੇ ਆਵੇ। ਤੇ ਉਧਰ ਸੁਖਵੀਰ ਬਾਦਲ ਦੀ ਇਸ ਗੱਲ ਦਾ ਜਵਾਬ ਰਾਜਕੁਮਾਰ ਵੇਰਕਾ ਨੇ ਦਿੱਤਾ। ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਲਗਾਤਾਰ ਸਾਡੀ ਸਰਕਾਰ ਦੇ ਵੱਲੋਂ ਕੰਮ ਵੀ ਕੀਤੇ ਜਾ ਰਹੇ ਨੇ ਤੇ ਕਰਦੇ ਵੀ ਰਹਾਂਗੇ। ਉਹਨਾਂ ਨੇ ਸੁਖਵੀਰ ਬਾਦਲ ਨੂੰ ਲੈ ਕੇ ਇੱਕ ਹੋਰ ਗੰਭੀਰ ਟਿੱਪਣੀ ਵੀ ਕਰ ਦਿੱਤੀ ਹੈ। ਕੀ ਕੁਝ ਰਾਜਕੁਮਾਰ ਵੇਰਕਾ ਕਹਿ ਰਹੇ ਨੇ, ਉਹ ਸੁਣਦੇ ਹਾਂ। ਬਈ ਸੁਖਬੀਰ ਬਾਦਲ ਉਹ ਆਪਣਾ ਪਿਛੋਕੜ ਭੁੱਲ ਗਿਆ ਇਸ ਗੱਲ ਵਾਸਤੇ ਕਿ ਉਹਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਥਾਣੇਦਾਰੀ ਸਿਸਟਮ, ਠੇਕੇਦਾਰੀ ਸਿਸਟਮ, ਜਥੇਦਾਰੀ ਸਿਸਟਮ ਇਹ ਸੁਖਬੀਰ ਬਾਦਲ ਦੀ ਦੇਣ ਆ। ਆ ਜਿਹੜੇ ਥਾਣੇ ਆ ਇਹ ਹਲਕਿਆਂ ਦੇ ਨਾਂ ਦੇ, ਜਥੇਦਾਰਾਂ ਦੇ ਨਾਂ ਦੇ ਕਿਹਨੇ ਕੀਤੇ ਔਰ ਪੁਲਿਸ ਨੂੰ ਗੁਲਾਮ ਕਿਹਨੇ ਬਣਾਇਆ ਸੀ? ਇਹ ਸੁਖਬੀਰ ਬਾਦਲ ਜੀ, ਇਹ ਤੁਹਾਡਾ ਟ੍ਰੈਂਡ ਹੋ ਸਕਦਾ ਹੈ। ਸਾਡਾ ਅਸੀਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਾਸਤੇ ਪੁਲਿਸ ਦੇ ਕੋਲ ਫ੍ਰੀ ਹੈਂਡ ਹੈ ਤੇ ਕੋਈ ਸਿਆਸੀ ਦਖਲ ਸਾਡਾ ਨਹੀਂ ਹੈ। ਦੂਸਰਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਘਰਾਂ 'ਚ ਬੈਠੇ ਹੈ, ਲੋਕਾਂ ਦੀ ਮਦਦ ਨਹੀਂ ਕਰ ਰਹੇ ਆ। ਮੈਂ ਰੋਜ਼ ਸੜਕਾਂ 'ਤੇ ਹੁੰਦਾ ਹੀ ਬਈ, ਸਾਡੇ ਸਾਰੇ ਸਾਥੀ ਸੜਕਾਂ 'ਤੇ ਹੁੰਦੇ ਆ। ਅਸੀਂ ਰੋਜ਼ ਜਿੰਨੇ ਵੀ ਮਰੀਜ਼ ਆਉਂਦੇ ਆ, ਅਸੀਂ ਹਰ ਮਰੀਜ਼ ਦੇ ਘਰ ਦੇ ਵਿੱਚ ਦਸਤਕ ਦੇ ਰਹੇ ਹਾਂ। ਤੇ ਹੁਣ ਰੁਕ ਕਰਦੇ ਹਾਂ ਵਿਕਰਮ ਮਜੀਠੀਆ ਦੇ ਵੱਲ। ਵਿਕਰਮ ਮਜੀਠੀਆ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਹੋਏ ਧਾਰਮਿਕ ਸਮਾਗਮ ਦੇ ਦਰਮਿਆਨ ਪਹੁੰਚੇ ਸੀ, ਜਿੱਥੇ ਉਹਨਾਂ ਵੱਡੀ ਗਿਣਤੀ ਦੇ ਵਿੱਚ ਆਪਣੇ ਸਮਰਥਕਾਂ ਦਾ ਇਕੱਠ ਰੱਖਿਆ। ਇਸ ਮੌਕੇ ਦੇ ਉੱਤੇ ਕਰੋਨਾ ਨਿਯਮਾਂ ਦੀਆਂ ਧੱਜੀਆਂ ਸ਼ਰੇਆਮ ਉੱਡਦੀਆਂ ਵਿਖਾਈ ਦਿੱਤੀਆਂ ਨੇ ਤੇ ਪ੍ਰਸ਼ਾਸਨ ਨੇ ਇਸ ਮੌਕੇ ਦੇ ਉੱਤੇ ਕਾਰਵਾਈ ਕਰਨ ਦੀ ਵੀ ਗੱਲ ਆਖੀ ਹੈ। ਪਰ ਵਿਕਰਮ ਮਜੀਠੀਆ ਸਿਆਸੀ ਟਿੱਪਣੀ ਬੜੀ ਗੰਭੀਰ ਇਸ ਮੌਕੇ ਦੇ ਉੱਤੇ ਕਰਕੇ ਗਏ ਨੇ। ਮਜੀਠੀਆ ਦਾ ਕਹਿਣਾ ਸੀ ਕਿ ਸਰਕਾਰ ਆਖਰੀ ਸਾਹਾਂ ਦੇ ਉੱਤੇ ਪੰਜਾਬ ਦੀ ਤੇ ਕਿਸੇ ਵੀ ਵਕਤ ਇਸ ਸਰਕਾਰ ਦੇ ਹਾਰਟ ਅਟੈਕ ਆ ਜਿਹੜਾ ਹੋ ਸਕਦਾ ਹੈ। ਪੰਜਾਬ ਦੀ ਸਰਕਾਰ ਕਿਸੇ ਵੀ ਵਕਤ ਜਿਹੜੀ ਫੇਲ ਹੋ ਸਕਦੀ ਹੈ। ਕਿ ਕੁਝ ਵਿਕਰਮ ਮਜੀਠੀਆ ਨੇ ਇਹ ਟਿੱਪਣੀ ਦੇ ਵਿੱਚ ਕਿਹਾ, ਉਹ ਸੁਣਦੇ ਹਾਂ। ਇਹ ਕਾਂਗਰਸ ਦੀ ਅੰਦਰੂਨੀ ਜੰਗ ਜਿੰਨੀ ਚੱਲ ਰਹੀ ਹੈ, ਜਿੰਨੇ ਵਜ਼ੀਰ ਨੇ, ਜਿੰਨੇ ਟਵਿੱਟਰ ਵਾਲੇ ਲੀਡਰ ਨੇ, ਇਹਨਾਂ ਨੇ ਇੱਕ ਵਾਰੀ ਵੀ ਕਰੋਨਾ ਦੀ ਗੱਲ ਕੀਤੀ ਨਹੀਂ।
ਕਿਸੇ ਨੂੰ ਆਕਸੀਜਨ ਨਹੀਂ ਮਿਲ ਰਿਹਾ ਉਹਦੀ ਗੱਲ ਕੀਤੀ, ਕਿਸੇ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਡਕੈਤੀਆਂ ਵੱਜ ਰਹੀਆਂ ਨੇ, ਐਕਸਟੋਰਸ਼ਨ ਚੱਲ ਰਿਹਾ ਕਈਆਂ ਥਾਵਾਂ ਤੇ, ਉਹਨਾਂ ਦੀ ਗੱਲ ਕੀਤੀ। ਇਹ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਕਰੋਨਾ ਦੀ ਜਿਹੜੀ ਪੰਜਾਬ 'ਚ 13,000 ਮੌਤਾਂ ਹੋ ਗਈਆਂ ਉਹਦਾ ਕੋਈ ਫਿਕਰ ਨਹੀਂ, ਉਹਨਾਂ ਨੂੰ ਲੋਕਾਂ ਦੇ ਦੁੱਖ ਦਰਦ ਦਾ ਕੋਈ ਫਿਕਰ ਨਹੀਂ। ਉਹਨਾਂ ਨੂੰ ਇਕੱਲਾ ਇਹ ਹੈ ਕਿ ਸਾਨੂੰ ਕਿਵੇਂ ਨਾ ਕਿਵੇਂ ਕੁਰਸੀ ਮਿਲ ਜੇ। ਲੋਕ ਦੇਖ ਰਹੇ ਹੈ, ਸਪਸ਼ਟ ਹੋ ਰਹੀ ਹੈ, ਸਰਕਾਰ ਦੀ ਫੇਲੀਅਰ ਸਾਹਮਣੇ ਆ ਰਹੀ ਹੈ ਔਰ ਲੋਕ ਇਸ ਗੱਲ ਤੋਂ ਬੜੇ ਦੁਖੀ ਨੇ। ਤੁਹਾਨੂੰ ਲੱਗਦਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਕਾਂਗਰਸ ਹਾਈ ਕਮਾਂਡ ਪੰਜਾਬ 'ਚ ਚੱਕੀ ਨਹੀਂ ਰਿਪਲੇਸ ਕਰ ਸਕਦੀ? ਭਰਾਵਾ, ਲੋਕਾਂ ਦੇ ਲਈ ਤਾਂ ਚਲੋ ਆਕਸੀਜਨ ਮੁੱਕ ਗਈ ਸੀ, ਲੋਕ ਤਾਂ ਫਿਰ ਗੁਰੂ ਦੀ ਕਿਰਪਾ ਨਾਲ ਬਚ ਪੁੱਜ ਗਏ। ਇਹਨਾਂ ਦੀ ਵੀ ਕਾਂਗਰਸ ਸਰਕਾਰ ਦੀ ਵੀ ਆਕਸੀਜਨ ਮੁੱਕੀ ਸਮਝੋ। ਇਹਨਾਂ ਨੂੰ ਹਾਈ ਕਮਾਂਡ ਕੀ, ਵੱਡੇ ਤੋਂ ਵੱਡਾ ਕਮਾਂਡ ਵੀ ਨਹੀਂ ਹੁਣ ਬਚਾ ਸਕਦਾ। ਇਹ ਸਵੇਰੇ ਪਰਸੋਂ ਚੌਥੀ ਖਬਰ ਲੱਗੂਗੀ ਕਿ ਚੜ੍ਹ ਗਈ ਸਰਕਾਰ। ਤੇ ਉਧਰ ਕਿਸਾਨ ਆਗੂ ਉਗਰਾਹਾਂ ਦੇ ਵੱਲੋਂ ਬੀਤੇ ਦਿਨ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ 3 ਦਿਨਾਂ ਪਟਿਆਲੇ ਦੇ ਵਿੱਚ ਧਰਨਾ ਦਿੱਤਾ ਜਾਣਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦਾ ਘਿਰਾਓ ਕੀਤਾ ਜਾਣਾ ਹੈ। ਇਸ ਮੌਕੇ ਦੇ ਉੱਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਕਿਸਾਨ 3 ਦਿਨਾਂ ਧਰਨਾ ਨਾ ਦੇਣ ਹਲੇ, ਕਿਉਂਕਿ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਇਸ ਦੇ ਨਾਲ ਫੈਲ ਸਕਦੀ ਹੈ। ਇਸ ਕਰਕੇ ਪੰਜਾਬ ਫਿਲਹਾਲ ਬਾਕੀ ਸੂਬਿਆਂ ਦੇ ਨਾਲੋਂ ਬਚਿਆ ਹੋਇਆ ਹੈ ਤੇ ਅਪੀਲ ਹੈ ਕਿ ਕਿਸਾਨਾਂ ਨੂੰ ਉਹ ਪਟਿਆਲਾ ਦੇ ਵਿੱਚ ਜਿਹੜਾ ਧਰਨਾ ਨਾ ਦੇਣ, ਇਸ ਨੂੰ ਰੋਕਣ ਦੀ ਵੀ ਜਿਹੜੀ ਅਪੀਲ ਕੀਤੀ ਹੈ। ਕੀ ਕੁਝ ਇਸ ਪੂਰੀ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਜਾਣਦੇ ਹਾਂ ਡੱਲਾ ਸਾਹਿਬ ਤੋਂ। ਡੱਲਾ ਸਾਹਿਬ, ਕੀ ਕੁਝ ਜਿਹੜਾ ਖਾਸ ਇਸ ਅਪੀਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ? ਦੇਖੋ, ਜਿਹੜੀ ਕਿਸਾਨ ਜਥੇਬੰਦੀ ਆ ਉਗਰਾਹਾਂ, ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਚ ਧਰਨਾ ਮਾਰਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਕਾਰੀ ਤੌਰ ਦੇ ਉੱਤੇ ਇੱਕ ਬਿਆਨ ਜਾਰੀ ਕੀਤਾ, ਪ੍ਰੈਸ ਨੋਟ ਜਾਰੀ ਕੀਤਾ ਬਕਾਇਦਾ ਪਬਲਿਕ ਰਿਲੇਸ਼ਨ ਮਹਿਕਮੇ ਵੱਲੋਂ ਕੈਪਟਨ ਅਮਰਿੰਦਰ ਦੇ ਹਵਾਲੇ ਦੇ ਨਾਲ। ਔਰ ਉਹਦੇ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਇਸ ਵੇਲੇ ਧਰਨਾ ਨਾ ਕਰਨ, ਕਿਉਂਕਿ ਦੇਸ਼ 'ਚ ਕੋਵਿਡ ਦੀ ਸਥਿਤੀ ਹੈ, ਪੰਜਾਬ 'ਚ ਕੋਵਿਡ ਦੀ ਸਥਿਤੀ ਹੈ। ਹਾਲਾਂਕਿ ਕਈ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਕੋਵਿਡ ਨਾਲ ਨਜਿੱਠਣ ਦੇ ਢੰਗ ਦੇ ਉੱਤੇ ਵੀ ਸਵਾਲ ਖੜੇ ਕਰ ਰਹੀਆਂ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਦੇਸ਼ ਦੇ ਬਾਕੀ ਸੂਬਿਆਂ ਨਾਲੋਂ, ਖਾਸ ਤੌਰ ਤੇ ਦਿੱਲੀ ਨਾਲੋਂ, ਪੰਜਾਬ ਹਰਿਆਣੇ ਨਾਲੋਂ ਵੀ, ਦਿੱਲੀ ਹਰਿਆਣਾ ਯੂਪੀ ਨਾਲੋਂ ਪੰਜਾਬ 'ਚ ਪੰਜਾਬ ਦੀ ਸਰਕਾਰ, ਕੈਪਟਨ ਅਮਰਿੰਦਰ ਦੀ ਸਰਕਾਰ ਕੋਵਿਡ ਨੂੰ ਉਹਨਾਂ ਦੇ ਮੁਕਾਬਲੇ ਚੰਗੇ ਤਰੀਕੇ ਨਾਲ ਨਜਿੱਠਣ 'ਚ ਕਾਮਯਾਬ ਹੋਈ ਹੈ। ਪੰਜਾਬ ਦੇ ਅਫਸਰਾਂ ਨੇ ਵੀ ਮਿਹਨਤ ਕੀਤੀ ਹੈ। ਸਾਡੇ ਡਾਕਟਰ, ਨਰਸਿਸ, ਇੰਜੀਨੀਅਰ, ਜਿਹੜੇ ਵੱਖ-ਵੱਖ ਮਹਿਕਮਿਆਂ ਦੇ ਲੋਕ ਨੇ, ਉਹਨਾਂ ਸਾਰਿਆਂ ਨੇ ਕਾਫੀ ਮਦਦ ਕੀਤੀ ਹੈ ਔਰ ਪੰਜਾਬ 'ਚ ਆਕਸੀਜਨ ਦਾ ਸੰਕਟ ਵੀ ਨਹੀਂ ਪਿਆ ਔਰ ਪੰਜਾਬ 'ਚ ਦੇਖੋ ਕੇਸ ਵੀ ਘਟ ਰਹੇ ਨੇ ਸਾਡੇ ਕਾਫੀ ਜ਼ਿਆਦਾ। ਸੋ ਕੱਲ੍ਹ ਵੀ 5,000 ਦੇ ਆਸ-ਪਾਸ ਜਿਹੜੇ ਕੇਸ ਆਏ ਨੇ, 5,000 ਕੁਝ ਆਏ ਨੇ, ਜਦਕਿ ਇਸ ਤੋਂ ਕੁਝ ਦਿਨ ਪਹਿਲਾਂ ਤੱਕ ਜਿਹੜਾ ਅੰਕੜਾ ਹੈ 9,000 ਪਾਰ ਹੋ ਗਿਆ ਸੀ। ਸੋ ਸਥਿਤੀਆਂ ਪੰਜਾਬ 'ਚ ਚੰਗੇ ਤਰੀਕੇ ਨਾਲ ਕੰਟਰੋਲ ਹੋਈਆਂ ਨੇ। ਕੈਪਟਨ ਅਮਰਿੰਦਰ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਕਿਸਾਨਾਂ ਦੇ ਅੰਦੋਲਨ 'ਚ ਪੰਜਾਬ ਸਰਕਾਰ ਵੀ ਔਰ ਕਾਂਗਰਸ ਪਾਰਟੀ ਵੀ। ਇਸ ਕਰਕੇ ਕੈਪਟਨ ਅਮਰਿੰਦਰ ਨੇ ਅਪੀਲ ਕੀਤੀ ਹੈ ਇਸ ਜਥੇਬੰਦੀ ਨੂੰ ਕਿ ਤੁਸੀਂ ਮੁਲਤਵੀ ਕਰੋ ਆਪਣੇ ਪ੍ਰੋਗਰਾਮ, ਕਿਉਂਕਿ ਇਹ ਵੇਲਾ ਸਾਨੂੰ ਮਿਲ ਜੁਲ ਕੇ ਕੋਵਿਡ ਦੇ ਨਾਲ ਲੜਨ ਲਈ ਹੈ। ਔਰ ਅਗਰ ਪੰਜਾਬ 'ਚ, ਕਿਉਂਕਿ ਕੋਵਿਡ ਤਾਂ ਹੈ ਹੀ ਹੈ, ਅਗਰ ਕਿਸਾਨ ਪੰਜਾਬ 'ਚ ਕੋਈ ਸੰਗਠਿਤ ਅੰਦੋਲਨ ਕਰਨਗੇ ਤੇ ਉਹਦੇ ਨਾਲ ਨੁਕਸਾਨ ਹੈ ਜਿਹੜਾ ਕਿਸਾਨਾਂ ਨੂੰ ਵੀ ਔਰ ਸਮਾਜ ਨੂੰ ਹੋ ਸਕਦਾ। ਦੇਖੋ, 26 ਵਾਲਾ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਹੈ। ਉਹ ਸੰਯੁਕਤ ਮੋਰਚੇ ਵੱਲੋਂ ਜਿਹੜਾ ਪ੍ਰੋਗਰਾਮ ਦਿੱਤਾ ਹੈ ਬਲੈਕ ਡੇ ਮਨਾਉਣ ਦਾ, ਮੈਂ ਵਿਆਖਿਆ ਕਰ ਚੁੱਕਿਆ ਉਹਦੀ। ਜਿਹੜਾ ਹੈਗਾ ਵਾ 28, 29, 30 ਦਾ, ਉਹ ਪੰਜਾਬ ਦੇ ਵਿੱਚ ਹੈ, ਉਹ ਸਾਡੀ ਇਕੱਲੀ ਜਥੇਬੰਦੀ ਦਾ ਪ੍ਰੋਗਰਾਮ ਹੈ। ਉਹ ਸੁਖਦੇਵ ਨੇ ਦੱਸਿਆ ਤੁਹਾਨੂੰ, ਉਹ ਪਟਿਆਲੇ ਦੇ ਵਿੱਚ ਹੈ। ਉਹ ਸਟੇਟ ਗੌਰਮੈਂਟ ਨੇ ਕਰੋਨਾ ਦੇ ਸੰਬੰਧ ਦੇ ਵਿੱਚ ਕੀ ਕਰਨਾ ਚਾਹੀਦਾ ਸੀ ਤੇ ਕੀ ਉਹਨੇ ਕੀਤਾ, ਉਹ ਸਾਰੇ ਉਸ ਰੋਸ ਦੇ ਵਜੋਂ ਉਹ ਪ੍ਰੋਗਰਾਮ ਰੱਖਿਆ। ਹੋਰ ਜੀ ਬਿਲਕੁਲ, ਮੈਨੂੰ ਲੱਗਦਾ ਵੀ ਸਭ ਤੋਂ ਪਹਿਲੀ ਇਹ ਜਥੇਬੰਦੀ ਹੈ ਪੰਜਾਬ ਦੇ ਵਿੱਚ ਜਿਹਨੇ ਕਰੋਨਾ ਨੂੰ ਮੰਨ ਕੇ ਪਿਛਲੇ ਸਾਲ 2020 ਮਾਰਚ ਦੇ ਵਿੱਚ ਅਸੀਂ ਨਹੀਂ 21 ਪਿਛਲੇ ਸਾਲ 20 ਮਾਰਚ 23 ਮਾਰਚ ਨੂੰ ਮਤਲਬ ਅਸੀਂ ਨੇ ਸਾਰੀ ਜਿਹੜੀ ਅਪ ਟੂ 50 ਏਜ ਦੇ ਬੰਦੇ ਸੀ ਸਾਰੇ ਇਕਾਂਤਵਾਸ ਕਰਤੇ ਸੀ। ਸਾਡੀ ਸੂਬਾ ਲੀਡਰਸ਼ਿਪ ਅਸੀਂ ਲਗਭਗ ਅਗਸਤ 30 ਤੱਕ ਲਾਕਡਾਊਨ ਰਿਹਾ ਆਪ, ਅਸੀਂ ਕੋਈ ਕੰਮ ਨਹੀਂ ਕੀਤਾ। ਅਸੀਂ ਸਤੰਬਰ ਦੇ ਵਿੱਚ ਜਦੋਂ ਇਹ ਕਾਲੇ ਕਾਨੂੰਨ ਆ ਗਏ, ਉਦੋਂ ਪਿੱਛੋਂ ਫਿਰ ਸਾਡੀ ਸਾਰੀ ਟੀਮ ਐਕਟਿਵ ਹੋਈ ਹੈ ਇਹਦੀ ਨਾ ਪਰਵਾਹ ਕਰਦਿਆਂ ਹੋਇਆ। ਦੇਖੋ, ਅੱਜ ਦੀ ਘੜੀ ਹੁਣ ਦੀ ਹਾਲਤ ਜਿਹੜੀ ਬਣੀ ਹੋਈ ਹੈ, ਹੁਣ ਦੀ ਹਾਲਤ ਇਹ ਬਣੀ ਹੋਈ ਹੈ ਵੀ ਅਗਲਾ ਐਕਸ਼ਨ ਪ੍ਰੋਗਰਾਮ ਤੋਂ ਦੇਣ ਤੋਂ ਪਹਿਲਾਂ ਸਾਡੇ ਵਾਸਤੇ ਇਹ ਹਾਲਤ ਨੂੰ ਸਾਹਮਣਾ ਬਹੁਤ ਜ਼ਰੂਰੀ ਬਣਿਆ ਵਾ। ਇਸ ਕਰਕੇ ਜਿਹੜੇ ਪ੍ਰੋਗਰਾਮ ਹੁਣੇ ਅਸੀਂ, ਅਗਲਾ ਮਿਸ਼ਨ ਸੀ ਸਾਡਾ ਯੂਪੀ ਦਾ, ਯੂਪੀ ਉੱਤਰਾਖੰਡ ਦੇ ਵਿੱਚ ਵੱਡੀਆਂ ਰੈਲੀਆਂ ਕਰਨ ਦਾ ਸਾਡਾ ਬਣਿਆ ਹੋਇਆ ਪ੍ਰੋਗਰਾਮ, ਉਹ ਸੀਗਾ ਸਾਡਾ
ਸੰਸਦ ਮਾਰਚ ਵਾਲਾ ਵੀ ਸਾਡਾ ਸੀਗਾ, ਅਸੀਂ ਉਹ ਮੁਲਤਵੀ ਕੀਤਾ, ਕੈਂਸਲ ਨਹੀਂ ਕੀਤਾ। ਪਰ ਜਿਹੜੇ ਵੀ ਪ੍ਰੋਗਰਾਮ ਅਗਲੇ ਦੇਣੇ ਨੇ ਐਕਸ਼ਨ ਪ੍ਰੋਗਰਾਮ, ਉਹ ਇਹ ਕਰੋਨਾ ਕਰਕੇ ਅਜੇ ਡਿਲੇ ਹੋ ਰਹੇ ਆ। ਸਾਡੇ ਵਾਸਤੇ ਮੁੱਖ ਬਣ ਗਿਆ ਹੁਣ ਇਹਨੂੰ ਸਾਂਭਣ ਦਾ ਤੇ ਮੋਰਚੇ ਦੇ ਵਿੱਚ ਗਿਣਤੀ ਮੇਨਟੇਨ ਰੱਖਣ ਦਾ ਤੇ ਉਹਨੂੰ ਸੇਫ ਰੱਖਣ, ਇਹ ਸਾਡੇ ਵਾਸਤੇ ਮੁੱਖ ਕੰਮ ਨਿਕਲਿਆ। ਦੇਖੋ ਨਾਲ ਤੁਸੀਂ ਸੁਣਿਆ ਨਹੀਂ ਹੋਣਾ, ਕਿਸੇ ਦਬਾਅ ਹੇਠ ਅਸੀਂ ਕਦੇ ਮਾਰਚ, ਹੁਣ ਵੀ ਤੁਹਾਨੂੰ ਕਹਿੰਦੇ ਹਾਂ ਵੀ ਕਿਸੇ ਦੇ ਦਬਾਅ ਹੇਠ ਅਸੀਂ ਕਿਸੇ ਪਾਸੇ ਮਾਰਚ ਨਹੀਂ ਕਰਾਂਗੇ। ਸਾਡੀ ਜਥੇਬੰਦੀ ਦਾ ਫੈਸਲਾ ਸਟੇਜ ਤੋਂ ਵੀ ਮੈਂ ਕਿਹਾ, ਮੈਂ ਮੀਟਿੰਗ ਦੇ ਵਿੱਚ ਵੀ ਕਿਹਾ ਵੀ ਕਿਸੇ ਦਬਾਅ ਹੇਠ ਆ ਕੇ ਕੋਈ ਕਹੇ ਵੀ ਤੁਸੀਂ ਮਾਰਚ ਕਰੋ, ਅਸੀਂ ਨਹੀਂ ਕਰਾਂਗੇ। ਅਸੀਂ ਜਦੋਂ ਸਾਡੀ ਰਾਏ ਬਣ ਗਈ ਜਥੇਬੰਦੀਆਂ ਦੀ, ਉਦੋਂ ਅਸੀਂ ਮਾਰਚ ਕਰਾਂਗੇ। ਸਾਡੀ ਜਥੇਬੰਦੀ ਦੀ ਅੰਦਰਲੀ ਪੋਜੀਸ਼ਨਸ। ਉਧਰ ਦਿੱਲੀ ਦੇ ਵਿੱਚ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਹਾਈ ਲੈਵਲ ਬੈਠਕ ਹੋਈ ਹੈ। ਇਸ ਬੈਠਕ ਦੇ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਰਹੇ ਨੇ ਤੇ ਨਾਲ ਹੀ ਹੋਰ ਕਈ ਵੱਡੇ ਮੰਤਰੀ ਮੌਜੂਦ ਰਹੇ ਇਸ ਬੈਠਕ ਦੇ ਵਿੱਚ। ਤੇ ਖਾਸ ਤੌਰ ਦੇ ਉੱਤੇ ਪੂਰੇ ਭਾਰਤ ਦੇ ਸਿੱਖਿਆ ਮੰਤਰੀ, ਹਰ ਇੱਕ ਸੂਬੇ ਦੇ ਸਿੱਖਿਆ ਮੰਤਰੀ ਇਸ ਬੈਠਕ ਦੇ ਵਿੱਚ ਹਾਜ਼ਰ ਰਹੇ ਨੇ, ਜਿਨ੍ਹਾਂ ਦੇ ਵੱਲੋਂ ਚਰਚਾ ਹੋਈ ਹੈ ਕਿ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਹੋਣੀਆਂ ਚਾਹੀਦੀਆਂ ਨੇ ਜਾਂ ਨਹੀਂ। ਇਸ ਦਰਮਿਆਨ ਇਹ ਫੈਸਲਾ ਹੋ ਸਕਦਾ ਹੈ ਕਿ ਇਸ ਦੇ ਉੱਤੇ ਮੋਹਰ ਲੱਗ ਜਾਵੇ ਕਿ ਜੂਨ ਮਹੀਨੇ ਦੇ ਆਖਰਲੇ ਹਫ਼ਤੇ ਦੇ ਵਿੱਚ ਇਸ ਸਬੰਧ ਦੇ ਵਿੱਚ ਪ੍ਰੀਖਿਆਵਾਂ ਲਈਆਂ ਜਾ ਸਕਦੀਆਂ ਨੇ। ਪਰ ਦਿੱਲੀ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਹਾਮੀ ਨਹੀਂ ਭਰੀ ਗਈ ਹੈ ਫਿਲਹਾਲ ਦੇ ਲਈ, ਕਿਉਂਕਿ ਉੱਥੇ ਕਰੋਨਾ ਕੇਸਾਂ ਦੇ ਵਿੱਚ ਹਜੇ ਉਸ ਪੱਧਰ ਦੇ ਉੱਤੇ ਗਿਰਾਵਟ ਨਹੀਂ ਵੇਖੀ ਗਈ ਜਿਸ ਦੇ ਨਾਲ ਆਮ ਦਿਨਾਂ ਦੇ ਵਾਂਗ ਜਿਹੜੀ ਪ੍ਰੀਖਿਆਵਾਂ ਨੇ ਹੋ ਸਕਣ। ਇਸ ਕਰਕੇ ਇਹ ਹੈ ਕਿ CBSE ਦੇ ਵੱਲੋਂ ਜ਼ਰੂਰ ਇਸ ਮੌਕੇ ਦੇ ਉੱਤੇ ਕਿਹਾ ਗਿਆ ਹੈ ਕਿ ਪ੍ਰੀਖਿਆਵਾਂ ਲਈਆਂ ਜਾ ਸਕਦੀਆਂ ਨੇ। ਸੋ ਜੂਨ ਮਹੀਨੇ ਦੇ ਅਖੀਰਲੇ ਹਫ਼ਤੇ ਦੇ ਵਿੱਚ 12ਵੀਂ ਦੀਆਂ ਪ੍ਰੀਖਿਆਵਾਂ ਹੋ ਸਕਦੀਆਂ ਨੇ। ਇਸ ਦੇ ਉੱਤੇ ਸਿੱਧਾ ਰੁਖ ਕਰਦੇ ਹਾਂ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਪ੍ਰੀਖਿਆਵਾਂ ਨੂੰ ਲੈ ਕੇ ਕੀ ਜਿਹੜੀ ਖਾਸ ਅਪਡੇਟ ਦਿੱਲੀ ਵਾਲੇ ਪੱਖ ਤੋਂ ਆ ਰਹੀ ਹੈ? ਦੇਖੋ, ਬਹੁਤ ਵੱਡੀ ਮੀਟਿੰਗ ਹੈ ਜਿਹੜੀ ਉਹ ਕੱਲ ਹੋਈ ਹੈ। ਰਾਜਨਾਥ ਸਿੰਘ ਵੀ ਸੀ ਉਹ 'ਚ, ਕਈ ਸੂਬਿਆਂ ਦੇ, ਸਾਰੇ ਲਗਭਗ ਸੂਬਿਆਂ ਦੇ ਮੁੱਖ ਮੰਤਰੀ ਉਹਦੇ 'ਚ ਕਿਤੇ ਨਾ ਕਿਤੇ ਪਾਰਟਿਸਿਪੇਟ ਹੋਏ ਨੇ। ਔਰ ਦਿੱਲੀ ਨੂੰ ਛੱਡ ਕੇ ਲਗਭਗ ਸਾਰੇ ਸੂਬੇ ਤਿਆਰ ਨੇ ਕਿ 10+2 ਦੀਆਂ, CBSE ਦੀਆਂ ਔਰ ਦੂਸਰੇ ਬੋਰਡਾਂ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ ਉਹ ਹੋ ਜਾਣੀਆਂ ਚਾਹੀਦੀਆਂ ਨੇ। ਸੋ ਹੁਣ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਸੂਬੇ ਤਾਂ ਇਹ ਵੀ ਕਹਿ ਰਹੇ ਨੇ ਕਿ ਜੂਨ ਦੇ ਅਖੀਰ ਦੇ ਵਿੱਚ ਵੀ ਉਹ ਜਿਹੜੇ ਇਮਤਿਹਾਨ ਨੇ ਕਰਾ ਲਏ ਜਾਣ ਤੇ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਹੁਣ ਸਥਿਤੀਆਂ ਦੇਸ਼ ਦੇ ਵਿੱਚ ਕੋਵਿਡ ਦੇ ਕੇਸ ਘਟ ਰਹੇ ਨੇ। ਹਾਲਾਂਕਿ ਉੱਤਰ ਭਾਰਤ 'ਚ ਜ਼ਿਆਦਾ ਘਟ ਰਹੇ ਨੇ, ਕਈ ਹਿੱਸੇ ਨੇ ਜਿੱਥੇ ਲਗਾਤਾਰ ਆ ਰਹੇ ਨੇ, ਪੱਛਮੀ ਬੰਗਾਲ ਹੈ, ਤਾਮਿਲਨਾਡੂ ਹੈ, ਕਰਨਾਟਕ ਹੈ, ਕੇਰਲਾ, ਉਧਰ ਹਜੇ ਸਥਿਤੀਆਂ ਜਿਹੜੀਆਂ ਨੇ ਚਿੰਤਾਜਨਕ ਬਣੀਆਂ ਹੋਈਆਂ ਨੇ। ਉਂਝ ਤਾਂ ਕੋਵਿਡ ਦਾ ਇੱਕ ਮਰੀਜ਼ ਜਦ ਤੱਕ ਹੈ ਸਥਿਤੀ ਚਿੰਤਾਜਨਕ ਹੈ, ਪਰ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਲੱਗਦਾ ਸਾਰਿਆਂ ਨੂੰ, ਸੂਬੇ ਦੇ ਮੰਤਰੀਆਂ ਨੂੰ, ਕਿ ਜੇ ਜੂਨ ਦੇ ਅਖੀਰ ਤੱਕ ਵੀ ਪ੍ਰੀਖਿਆਵਾਂ ਕਰਾ ਲਈਆਂ ਜਾਣ ਤੇ ਉਹਦੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਏਗਾ ਔਰ ਕੋਵਿਡ ਦੇ ਨਿਯਮਾਂ ਦੀ ਜਿਹੜੀ ਪਾਲਣਾ ਹੈ ਉਹ ਪਾਲਣਾ ਕਿਵੇਂ ਹੋਣੀ ਹੈ, ਕਿਵੇਂ ਪ੍ਰੈਪਰੇਸ਼ਨਸ ਹੋਣੀਆਂ ਨੇ, ਕੀ ਵਿਉਂਤਬੰਦੀ ਹੋਣੀ ਹੈ, ਇਮਤਿਹਾਨ ਦਾ ਸਵਰੂਪ ਕੀ ਹੋਊਗਾ, ਕਿਹੜੀ ਜਗ੍ਹਾ ਇਮਤਿਹਾਨ ਲਏ ਜਾਣਗੇ, ਇਹ ਸਾਰੇ ਕਿਸੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚਰਚਾਵਾਂ ਹੋਣਗੀਆਂ ਤੇ ਗੱਲ ਖੁੱਲ੍ਹ ਕੇ ਬਾਹਰ ਆਊਗੀ। ਪਰ ਜਿਹੜੇ ਵਿਦਿਆਰਥੀ ਨੇ 10+2 ਵਾਲੇ, ਖਾਸ ਤੌਰ ਤੇ CBSE ਵਾਲੇ ਔਰ ਦੂਸਰੇ, ਉਹ ਸਾਰੇ ਆਪਣੇ ਇਮਤਿਹਾਨ, ਆਪਣੀ ਪੜ੍ਹਾਈ ਜਾਰੀ ਰੱਖਣ ਤਾਂ ਕਿ ਕਿਸੇ ਤਰ੍ਹਾਂ ਦੀ ਉਹਨਾਂ ਦੀ ਪੜ੍ਹਾਈ ਦੀ ਲਹਿ 'ਚ ਕਮੀ ਨਾ ਆਵੇ। ਪੰਜਾਬ ਇਸ ਵੇਲੇ 'ਚ ਰੁੱਖ ਹੁਣ ਦੇ ਖਾਸ ਅਤੇ ਤਾਜ਼ਾ ਸਿਆਸੀ ਅਪਡੇਟ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦ ਤੋਂ ਹੀ ਪੰਜਾਬ 'ਚ ਬਣੀ ਆ, ਪੰਜਾਬ ਦੀ ਇਕਨੋਮੀ ਵੀ ਤਬਾਹ ਕਰੀ, ਪੰਜਾਬ ਦਾ ਵਪਾਰੀ ਵੀ ਤਬਾਹ ਹੋਇਆ ਔਰ ਪੰਜਾਬ ਦੇ ਨੌਜਵਾਨ ਨੂੰ ਰੁਜ਼ਗਾਰ ਵੀ ਨਹੀਂ ਮਿਲਿਆ ਜਿਹੜੇ ਵਾਅਦੇ ਕਰਕੇ ਇਹ ਸਰਕਾਰ ਬਣੀ ਸੀਗੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਅੰਦਰ ਇਨਫਰਾਸਟ੍ਰਕਚਰ ਕ੍ਰੀਏਟ ਕਰਕੇ, ਸਿੰਗਲ ਵਿੰਡੋ ਸਿਸਟਮ ਕ੍ਰੀਏਟ ਕਰਕੇ ਔਰ 5 ਰੁਪਏ ਯੂਨਿਟ ਵਪਾਰੀਆਂ ਨੂੰ ਬਿਜਲੀ ਦੇ ਕੇ ਪੰਜਾਬ ਦੇ ਅੰਦਰ ਇਨਵੈਸਟਮੈਂਟ ਦਾ ਮਾਹੌਲ ਬਣਾਇਆ ਸੀਗਾ ਔਰ ਇਨਵੈਸਟ ਪੰਜਾਬ ਜਿਹੜਾ ਡਿਪਾਰਟਮੈਂਟ ਬਣਾਇਆ ਸੀਗਾ ਜਿਸ ਤੇ 45 ਦਿਨ ਦੇ ਅੰਦਰ ਅਪਰੂਵਲ ਮਿਲ ਜਾਂਦੀ ਸੀਗੀ। ਅੱਜ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈਗਾ, ਅੱਜ ਇੱਕ ਵਪਾਰੀ ਦੀ ਲੁਧਿਆਣੇ ਤੋਂ ਜਿਹੜੀ ਸਟੇਟਮੈਂਟ ਆਈ ਆ ਕਿ ਮੈਂ ਪਿਛਲੇ 2 ਸਾਲਾਂ ਤੋਂ ਦਫ਼ਤਰਾਂ 'ਚ ਚਾਹ ਪੀ ਕੇ ਆ ਜਾਂਦਾ, ਮੇਰਾ ਪ੍ਰੋਜੈਕਟ ਜਿਹੜਾ ਅਪਰੂਵ ਨਹੀਂ ਹੋਇਆ। ਸੋ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪਿਛਲੇ 5 ਸਾਲਾਂ 'ਚ ਇੱਕ ਵੀ ਚੰਗਾ ਪ੍ਰੋਜੈਕਟ ਕੋਈ ਸਰਕਾਰ ਨੇ ਅਪਰੂਵ ਨਹੀਂ ਕੀਤਾ। ਜਿਸ ਇਨਵੈਸਟ ਪੰਜਾਬ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਜ਼ਨ ਸਦਕਾ ਸਿੰਗਲ ਮੈਨ ਸਿਸਟਮ ਆਪਾਂ ਬਣਾਇਆ ਸੀਗਾ, 45 ਦਿਨ ਦੇ ਅੰਦਰ ਅਪਰੂਵਲ ਮਿਲ ਜਾਂਦੀ ਸੀਗੀ। ਅੱਜ ਉਹ ਇਨਵੈਸਟਰ ਧੱਕੇ ਖਾਣ ਵਾਸਤੇ, ਕਰਪਸ਼ਨ ਦੇਣ ਵਾਸਤੇ ਤੇ ਬਿਨਾਂ ਇਨਵੈਸਟਮੈਂਟ ਤੋਂ ਪੰਜਾਬ ਜਿਹੜਾ ਰਿਹਾ, ਉਸ 'ਚ ਬਹੁਤ ਵੱਡਾ ਰੋਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਰਿਹਾ। ਅੱਜ ਵਪਾਰੀ ਨੂੰ 11-12 ਰੁਪਏ यूनिट ਜਿਹੜੀ बिजली मिल रही है ना। 26 मई 2021 को हमारे देश के किसान को
आंदोलन करते हुए 6 महीने पूरे हो जाएंगे। बीते 6 महीने से एक बड़ी ऐतिहासिक प्रोटेस्ट आंदोलन हमारे देश का किसान दिल्ली के बॉर्डरों पर बैठ के कर रहा है। मोदी सरकार के कानों तक अपनी आवाज़ पहुंचाने की कोशिश कर रहा है और 3 काले कानूनों को खारिज कराने के लिए इस आंदोलन को आगे बढ़ा रहा है। 26 मई 2021 को जब 6 महीने इस आंदोलन के पूरे हो जाएंगे तो संयुक्त किसान मोर्चा द्वारा देश भर में एक दिन का 26 मई को प्रोटेस्ट करने का एक ऐलान किया गया है। आम आदमी पार्टी और आम आदमी पार्टी के राष्ट्रीय संयोजक हमारे नेता आदरणीय अरविंद केजरीवाल जी संयुक्त किसान मोर्चा की इस अपील का पुरजोर समर्थन करते हैं और आम आदमी पार्टी इस एक दिन के नेशन वाइड प्रोटेस्ट को सपोर्ट करेगी। हम इस दुख की घड़ी में, इस चुनौती की घड़ी में, इस आंदोलन में देश के किसान के साथ खड़े हैं और केंद्र सरकार को जो कुंभकर्णीय नींद में है, जो सत्ता के नशे में चूर है, उसे कहना चाहते हैं कि ये 3 काले कानून वापस लेने के लिए और किसानों की सारी मांगे मानने के लिए इसी समय तुरंत किसानों के साथ डायलॉग यानी कि संवाद फिर से शुरू कीजिए। आम आदमी पार्टी 26 मई को संयुक्त किसान मोर्चा ने जो कॉल दी है प्रोटेस्ट की, उसे सपोर्ट करती है और अपना सपोर्ट एक्सटेंड करती है। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।